इस वक्त असी मोहाली विच मौजूद हाँ। इत्थे अध्यापक वर्ग के वलों धरना दिता जा रहा। धरना देने की की लोड़ पैगी तुहानूं, की मंगां ने तुहाडी? ਜਿਹੜੀ ਸੈਂਟਰਲ ਗਵਰਨਮੈਂਟ ਉਚੇਰੀ ਸਿੱਖਿਆ ਨੀਤੀ 2020 ਅਲੋਕਤੰਤਰਿਕ ਢੰਗ ਦੇ ਨਾਲ ਬਿਨਾਂ ਪਾਰਲੀਮੈਂਟ 'ਚ ਡਿਸਕਸ ਕੀਤੇ, ਬਿਨਾਂ ਲੋਕਾਂ ਦੀ ਓਪੀਨੀਅਨ ਨੂੰ ਧਿਆਨ 'ਚ ਰੱਖਦੇ ਹੋਏ, ਹਿੰਦੁਸਤਾਨ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਕਰੋਨਾ ਕਾਲ ਦੇ ਚੋਰੀ ਛੁਪੇ ਜੋ ਰੂਪ ਨਾਲ ਲਾਗੂ ਕੀਤੀ ਜਾ ਰਹੀ ਹੈ, ਅਸੀਂ ਉਹਦਾ ਵਿਰੋਧ ਕਰਦੇ। ਤੁਸੀਂ ਸਿੱਖਿਆ ਨੀਤੀ ਲਿਆਓ, ਲੇਕਿਨ ਲੋਕਾਂ ਦੀ ਸ਼ਮੂਲੀਅਤ ਪ੍ਰੋਪਰ ਪਾਰਲੀਮੈਂਟ 'ਚ ਡਿਸਕਸ਼ਨ ਦੇ ਨਾਲ ਲਿਆਓ, ਸਾਨੂੰ ਮਨਜ਼ੂਰ ਹੋਏ। ਜਿਹੜੀ ਸਰਕਾਰ ਉਚੇਰੀ ਸਿੱਖਿਆ ਦੀ ਗੱਲ ਹੀ ਨਹੀਂ ਕਰਦੀ, ਜਿਹੜੀ ਸਿਰਫ ਸਕੂਲਾਂ ਤੱਕ ਸੀਮਤ ਰਹਿ ਗਈ, ਜਿਹੜੀ ਏਡਡ ਕਾਲਜਸ ਨੂੰ ਮਾਰਨ ਤੇ ਤੁਲੀ ਹੋਈ, ਪ੍ਰਾਈਵੇਟ ਕਾਲਜਸ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੀ ਹੈ, ਜਿੱਥੇ ਸਰਕਾਰ ਨੂੰ ਸਰਕਾਰ ਨਹੀਂ ਚਲਾ ਰਹੀ, ਅਫਸਰ ਚਲਾ ਰਹੇ ਨੇ। ਅਸੀਂ ਇਸ ਕਰਕੇ ਅੱਜ ਉਹਨਾਂ ਸਰਕਾਰ ਦੇ ਕੰਨ ਖੋਲ੍ਹਣ ਲਈ ਆਏ ਹਾਂ ਔਰ 50-100 ਬੰਦਿਆਂ 'ਚ 500 ਬੰਦਿਆਂ 'ਚ ਖੜ ਕੇ ਗੱਲ ਕਰਨ। ਜਿਹੜੀ ਸਾਡੀ ਡਿਮਾਂਡ ਨਜਾਇਜ਼ ਹੈ ਉਹ ਸਰਕਾਰ ਪਬਲਿਕ ਦੇ ਸਾਹਮਣੇ ਫਾੜ ਕੇ ਸੁੱਟ ਦੇ। ਕਿਸ ਤਰੀਕੇ ਨਾਲ ਕਿ ਅਧਿਆਪਕ ਵਰਗ ਜਿਨ੍ਹਾਂ ਨੇ ਰਾਹ ਦਸੇਰਾ ਵਟਣਾ ਹੁੰਦਾ, ਲੋਕਾਂ ਨੂੰ ਇੱਕ ਬੱਚਿਆਂ ਨੂੰ ਇੱਕ ਭਵਿੱਖ ਉਹਨਾਂ ਦਾ ਸਿਰਜਣਾ ਹੁੰਦਾ, ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਨੇ, ਤੇ ਕੀ ਐਗਜ਼ਾਮਪਲ ਕੀ ਸੈੱਟ? ਜਿਸ ਉਮੀਦ ਦੇ ਨਾਲ ਲੋਕਾਂ ਨੇ ਆਪ ਸਰਕਾਰ ਨੂੰ ਲੈ ਕੇ ਆਂਦਾ ਸੀਗਾ, ਕਿਉਂਕਿ ਇਹਨਾਂ ਨੇ ਦੋ ਮੁੱਦੇ ਕਿਹਾ ਸੀਗਾ ਕਿ ਸਾਡਾ ਹੈਲਥ ਤੇ ਐਜੂਕੇਸ਼ਨ ਤੇ ਪ੍ਰਾਇੋਰਟੀ ਹੋਏਗੀ। ਇਸ ਕਰਕੇ ਹੀ ਲੋਕਾਂ ਨੇ ਆਪ ਸਰਕਾਰ ਨੂੰ ਹੁੰਗਾਰਾ ਦਿੱਤਾ ਇੰਨਾ ਵੱਡਾ, ਔਰ 92 ਸੀਟਸ ਲੈ ਕੇ ਅਸੈਂਬਲੀ ਦੀਆਂ ਜਿੱਤ ਕੇ ਆਏ ਨੇ। ਉਹੀ ਪੁਰਾਣੀਆਂ ਡਿਸਪੈਂਸਰੀਆਂ ਨੂੰ ਪੋਚੇ ਫੇਰ ਕੇ ਤੇ ਉਹਨਾਂ ਦੇ ਨਾਮੇ ਨਾਂ ਰੱਖੇ ਜਾ ਰਹੇ ਆ। ਸਕੂਲਾਂ ਦੇ ਵਿੱਚ ਪੁਰਾਣੇ ਸਕੂਲਾਂ ਦੇ ਉੱਤੇ ਪੋਚੇ ਫੇਰ ਕੇ ਉਹਨਾਂ ਨੂੰ ਕੋਈ ਸਕੂਲ ਆਫ ਐਮੀਨੈਂਸ, ਕੋਈ ਕੁਛ ਕੀਤਾ ਜਾ ਰਿਹਾ ਕਿ ਨਾ ਤਾਂ ਸਾਡੇ ਨਾਲ ਇਹ ਡਿਸਕਸ ਕਰਦੇ ਆ ਕਿ ਇਹਦੇ 'ਚ ਇੰਪਰੂਵਮੈਂਟ ਕਿਵੇਂ ਹੋਣੀ ਹੈ, ਨਾ ਕਿਸੇ ਕਾਲਜ ਦੇ ਵਿੱਚ ਡਿਸਕਸ਼ਨ ਹੈ, ਨਾ ਕਿਸੇ ਸਟੇਕ ਹੋਲਡਰ ਨੂੰ ਪੁੱਛਿਆ ਜਾ ਰਿਹਾ ਹੈ। ਮੰਗ ਕਿਉਂ ਨਹੀਂ ਮੰਨੀ ਜਾ ਰਹੀ? ਕੀ ਅਜਿਹੀ ਵਜ੍ਹਾ ਹੈਗੀ ਜਿਹੜੀ ਕਰਕੇ ਤੁਹਾਡੀ ਮੰਗ ਹੀ ਨਹੀਂ ਮੰਨੀ ਜਾ ਰਹੀ? ਕਾਰ ਕਿਤੇ ਨਾ ਕਿਤੇ ਹੈ ਨਾ, ਜਿਹੜੀ ਉਹ ਅਫਸਰਸ਼ਾਹੀ ਦੇ ਥੱਲੇ, ਪ੍ਰੈਸ਼ਰ ਥੱਲੇ ਕੰਮ ਕਰ ਰਹੀ ਹੈ। ਚਾਹੀਦਾ ਹੈ ਕਿ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਇਹ ਡਾਇਰੈਕਸ਼ਨ ਦੇਣੀ ਚਾਹੀਦੀ ਕਿ ਆਹ ਕੰਮ ਕੀਤਾ ਜਾਵੇ। ਇੱਥੇ ਉਲਟਾ ਅਫਸਰਸ਼ਾਹੀ ਇਹ ਕਹਿੰਦੀ ਆ ਮੰਤਰੀਆਂ ਨੂੰ ਵੀ ਆਹ ਕੰਮ ਨਹੀਂ ਹੋਣਾਗਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਅਸੀਂ ਮੋਹਾਲੀ ਵਿੱਚ ਮੌਜੂਦ ਹਾਂ, ਜਿੱਥੇ ਅਧਿਆਪਕ ਵਰਗ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ। ਇੱਧਰਲੇ ਪਾਸੇ ਤਸਵੀਰਾਂ ਦੇਖ ਲਓ, ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਜਿਹੜੇ ਅਧਿਆਪਕ ਨੇ, ਅਧਿਆਪਕ ਵਰਗ ਜਿਹੜਾ ਰਾਹ ਦਸੇਰਾ ਹੁੰਦਾ, ਉਹ ਆਣ ਕੇ ਪ੍ਰੋਟੈਸਟ ਕਰ ਰਹੇ ਨੇ। ਕਾਰਨ ਕੀ ਹੈਗਾ, ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਆਗੂ ਸਾਡੇ ਨਾਲ ਨੇ। ਸਰ, ਜੇ ਅੱਜ ਦੀ ਗੱਲ ਕਰੀਏ, ਅੱਜ ਦਾ ਇਹ ਧਰਨਾ ਦੇਣ ਦੀ ਕੀ ਲੋੜ ਪੈ ਗਈ ਤੁਹਾਨੂੰ, ਕੀ ਮੰਗਾਂ ਨੇ ਤੁਹਾਡੀਆਂ? ਅੱਜ ਦਾ ਜਿਹੜਾ ਸਾਡਾ ਮੇਨ ਧਰਨਾ ਹੈਗਾ ਕਿ ਜਿਹੜੀ ਸੈਂਟਰਲ ਗਵਰਨਮੈਂਟ ਉਚੇਰੀ ਸਿੱਖਿਆ ਨੀਤੀ 2020 ਅਲੋਕਤੰਤਰਿਕ ਢੰਗ ਦੇ ਨਾਲ ਬਿਨਾਂ ਪਾਰਲੀਮੈਂਟ 'ਚ ਡਿਸਕਸ ਕੀਤੇ, ਬਿਨਾਂ ਲੋਕਾਂ ਦੀ ਓਪੀਨੀਅਨ ਨੂੰ ਧਿਆਨ 'ਚ ਰੱਖਦੇ ਹੋਏ, ਹਿੰਦੁਸਤਾਨ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਕਰੋਨਾ ਕਾਲ ਦੇ ਚੋਰੀ ਛੁਪੇ ਜੋ ਰੂਪ ਨਾਲ ਲਾਗੂ ਕੀਤੀ ਜਾ ਰਹੀ ਹੈ, ਅਸੀਂ ਉਹਦਾ ਵਿਰੋਧ ਕਰਦੇ ਹਾਂ ਔਰ ਉਸ ਨੂੰ ਰਿਜੈਕਟ ਕਰਨ ਦੀ ਗੱਲ ਕਰਦੇ ਹਾਂ। ਤੁਸੀਂ ਸਿੱਖਿਆ ਨੀਤੀ ਲਿਆਓ, ਲੇਕਿਨ ਲੋਕਾਂ ਦੀ ਸ਼ਮੂਲੀਅਤ ਪ੍ਰੋਪਰ ਪਾਰਲੀਮੈਂਟ 'ਚ ਡਿਸਕਸ਼ਨ ਦੇ ਨਾਲ ਲਿਆਓ, ਸਾਨੂੰ ਮਨਜ਼ੂਰ ਹੋਏਗੀ। ਦੂਜਾ, ਜਿਹੜੀ ਅਸੀਂ ਅੱਜ ਇੱਥੇ ਧਰਨਾ ਰੱਖਿਆ, ਇਹ ਪੰਜਾਬ ਦਾ ਜਿਹੜਾ ਢਾਂਚਾ ਬਣਿਆ ਹੋਇਆ, ਜਿਹੜੀ ਸਰਕਾਰ ਉਚੇਰੀ ਸਿੱਖਿਆ ਦੀ ਗੱਲ ਹੀ ਨਹੀਂ ਕਰਦੀ, ਜਿਹੜੀ ਸਿਰਫ ਸਕੂਲਾਂ ਤੱਕ ਸੀਮਤ ਰਹਿ ਗਈ ਹੈ, ਜਿਹੜੀ ਏਡਡ ਕਾਲਜਸ ਨੂੰ ਮਾਰਨ ਤੇ ਤੁਲੀ ਹੋਈ ਹੈ, ਪ੍ਰਾਈਵੇਟ ਕਾਲਜਸ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੀ ਹੈ, ਜਿੱਥੇ ਸਰਕਾਰ ਨੂੰ ਸਰਕਾਰ ਨਹੀਂ ਚਲਾ ਰਹੀ, ਅਫਸਰ ਚਲਾ ਰਹੇ ਨੇ। ਅਸੀਂ ਇਸ ਕਰਕੇ ਅੱਜ ਉਹਨਾਂ ਸਰਕਾਰ ਦੇ ਕੰਨ ਖੋਲ੍ਹਣ ਲਈ ਆਏ ਹਾਂ ਵੀ ਅਸੀਂ ਅੱਜ ਸੰਕੇਤਾਤਮਕ ਰੱਖਿਆ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 10,000 ਅਧਿਆਪਕ ਔਰ 2 ਲੱਖ ਤੋਂ ਉੱਪਰ ਵਿਦਿਆਰਥੀ, ਅਸੀਂ ਇਕੱਲੇ ਪਿੰਡ 'ਚ ਜਾਵਾਂਗੇ, ਇਕੱਲੇ ਘਰ 'ਚ ਜਾਵਾਂਗੇ। ਹਰ ਇੱਕ ਟੀਚਰ ਦੇ ਨਾਲ ਅਸੀਂ 50 ਵਿਦਿਆਰਥੀਆਂ ਦੀ ਲਿਸਟ ਲਾਈ ਹੈ ਤੇ ਅਸੀਂ ਤੁਹਾਨੂੰ ਬੇਨਤੀ ਕਰਨਾ ਹੈ, ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕਹਿਣਾ, ਤੁਸੀਂ ਆਪਣਾ ਕੋਈ ਨੁਮਾਇੰਦਾ ਭੇਜ ਦਿਓ, ਇੰਟੈਲੀਜੈਂਟ ਤੋਂ ਇੰਟੈਲੀਜੈਂਟ ਭੇਜ ਦਿਓ। ਅਗਰ ਪੰਜਾਬ 'ਚ ਨਹੀਂ ਲੱਭਦਾ ਤਾਂ ਕੇਜਰੀਵਾਲ ਸਾਹਿਬ ਭੇਜ ਦੇਣ ਔਰ 50-100 ਬੰਦਿਆਂ 'ਚ 500 ਬੰਦਿਆਂ 'ਚ ਖੜ ਕੇ ਗੱਲ ਕਰਨ। ਜਿਹੜੀ ਸਾਡੀ ਡਿਮਾਂਡ ਨਜਾਇਜ਼ ਹੈ ਉਹ ਸਰਕਾਰ ਪਬਲਿਕ ਦੇ ਸਾਹਮਣੇ ਫਾੜ ਕੇ ਸੁੱਟ ਦੇਵੇ। ਅਸੀਂ 5 ਸਾਲ ਨਹੀਂ ਬੋਲਾਂਗੇ, ਪਰ ਜਿਹੜੀ ਸਾਡੀ ਡਿਮਾਂਡ ਜਾਇਜ਼ ਹੈ ਉਹਦੇ ਤੇ ਵਾਅਦਾ ਕਰਨ ਕਿ ਸਾਨੂੰ ਦੁਬਾਰਾ ਨਹੀਂ ਆਉਣਾ ਪਏਗਾ। ਸਰ, ਇੱਕ ਬੜੀ ਅਹਿਮ ਚੀਜ਼ ਆ ਕਿ ਇਹ ਸਰਕਾਰ ਨੇ ਇੱਕੋ ਗੱਲ ਕਹੀ ਸੀ, ਐਜੂਕੇਸ਼ਨ ਤੇ ਹੈਲਥ, ਇਹ ਪ੍ਰਾਇੋਰਟੀਜ਼ ਹੋਣਗੀਆਂ ਸਾਡੀਆਂ, ਪਰ ਲੱਗਦਾ ਕਿ ਪ੍ਰਾਇੋਰਟੀ ਹੈ ਉਹਨਾਂ। ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਪ੍ਰੈਸ 'ਚੋਂ, ਤੁਸੀਂ ਇਸ ਐਜੂਕੇਸ਼ਨ ਮਿਨਿਸਟਰ ਨੂੰ ਹਾਇਰ ਐਜੂਕੇਸ਼ਨ ਦਾ ਡਿਪਾਰਟਮੈਂਟ ਦਿੱਤਾ ਗਿਆ 7 ਜਨਵਰੀ 2023 ਨੂੰ। ਅੱਜ 7 ਮਹੀਨੇ ਬੀਤ ਗਏ। 7 ਮਹੀਨਿਆਂ ਦੇ ਵਿੱਚ ਹਰਜੋਤ ਬੈਂਸ ਜੀ ਦਾ ਇੱਕ ਸਟੇਟਮੈਂਟ ਦਿਖਾ ਦਿਓ ਕਾਲਜਾਂ ਦੇ ਪ੍ਰਤੀ, ਕਾਲਜਾਂ ਦੀ ਸਿੱਖਿਆ ਦੇ ਪ੍ਰਤੀ, ਕਾਲਜਾਂ ਦੀ ਨੀਤੀ ਦੇ ਪ੍ਰਤੀ। ਇੱਕ ਬਿਆਨ ਦਿੱਤਾ ਉਹ ਸੈਂਟਰਲ ਪੋਰਟਲ ਤੇ ਦਿੱਤਾ ਜਿਹੜਾ ਫਲੋਪ ਹੋ ਗਿਆ।
7 ਮਹੀਨਿਆਂ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਕਿਤੇ ਜਾ ਕੇ ਹਾਇਰ ਐਜੂਕੇਸ਼ਨ ਦਾ ਵਿਜ਼ਨ ਦਿੱਤਾ, ਉਹ ਮੈਨੂੰ ਰਿਕਾਰਡਿੰਗ ਦਿਖਾ ਦਿਓ। ਇੱਕ ਕਾਲਜ 'ਚ ਜਾ ਕੇ ਕੋਈ ਵਿਜ਼ਨ ਦਿੱਤਾ, ਉਹਦੀ ਮੈਨੂੰ ਰਿਕਾਰਡਿੰਗ ਦਿਖਾ ਦਿਓ। when the higher education minister is not speaking for 7 months together ਤੇ ਫਿਰ ਉਸ ਤੋਂ ਬਾਅਦ ਮੈਨੂੰ ਦੱਸਣ ਦੀ ਕੀ ਲੋੜ ਹੈ? ਸਰ ਕੀ ਨਾਮ ਤੁਹਾਡਾ? ਡਾਕਟਰ ਗੁਰਦਾਸ ਸਿੰਘ। ਗੁਰਦਾਸ ਸਾਹਿਬ, ਇਹ ਜਿਹੜੇ ਹਾਲਾਤ ਨੇ ਇਸ ਵੇਲੇ, ਇਹ ਕਿਸ ਤਰੀਕੇ ਨਾਲ ਕਿ ਅਧਿਆਪਕ ਵਰਗ ਜਿਨ੍ਹਾਂ ਨੇ ਰਾਹ ਦਸੇਰਾ ਵੜਨਾ ਹੁੰਦਾ, ਲੋਕਾਂ ਨੂੰ ਇੱਕ ਬੱਚਿਆਂ ਨੂੰ ਇੱਕ ਭਵਿੱਖ ਉਹਨਾਂ ਦਾ ਸਿਰਜਣਾ ਹੁੰਦਾ, ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਨੇ, ਤੇ ਕੀ ਐਗਜ਼ਾਮਪਲ ਕੀ ਸੈੱਟ ਹੋ ਰਹੀ ਹੈ? ਦੇਖੋ, ਜਿਸ ਉਮੀਦ ਦੇ ਨਾਲ ਲੋਕਾਂ ਨੇ ਆਪ ਸਰਕਾਰ ਨੂੰ ਲੈ ਕੇ ਆਂਦਾ ਸੀਗਾ, ਕਿਉਂਕਿ ਇਹਨਾਂ ਨੇ 2 ਮੁੱਦੇ ਕਿਹਾ ਸੀਗਾ ਕਿ ਸਾਡਾ ਹੈਲਥ ਤੇ ਐਜੂਕੇਸ਼ਨ ਤੇ ਪ੍ਰਾਇੋਰਟੀ ਹੋਏਗੀ, ਅਸੀਂ ਇਹ 'ਤੇ ਸਟ੍ਰੈਸ ਕਰਾਂਗੇ। ਔਰ ਪੰਜਾਬ ਦੇ ਲੋਕ ਬਹੁਤ ਔਖੇ ਸੀ ਇਹਨਾਂ ਦੋਨਾਂ ਹੀ ਕਾਰਨਾਂ ਕਰਕੇ ਕਿ ਹੈਲਥ ਦਾ ਬਹੁਤ ਬੁਰਾ ਹਾਲ ਹੈ ਤੇ ਐਜੂਕੇਸ਼ਨ ਦਾ। ਇਸ ਕਰਕੇ ਹੀ ਲੋਕਾਂ ਨੇ ਆਪ ਸਰਕਾਰ ਨੂੰ ਹੰਗਾਰਾ ਦਿੱਤਾ ਇੰਨਾ ਵੱਡਾ, ਔਰ 92 ਸੀਟਸ ਲੈ ਕੇ ਅਸੈਂਬਲੀ ਦੀਆਂ ਜਿੱਤ ਕੇ ਆਏ ਨੇ। ਪਰ ਇਸ ਵੇਲੇ ਹਾਲਾਤ ਇਹ ਹੈ ਕਿ ਕੰਮ ਸਾਰਾ ਉਲਟਾ ਹੋ ਰਿਹਾ। ਨਾ ਤਾਂ ਹੈਲਥ ਦੇ ਉੱਪਰ ਹੀ ਕੋਈ ਐਡਾ ਵਧੀਆ ਕੰਮ ਕੀਤਾ ਜਾ ਰਿਹਾ, ਉਹੀ ਪੁਰਾਣੀਆਂ ਡਿਸਪੈਂਸਰੀਆਂ ਨੂੰ ਪੋਚੇ ਫੇਰ ਕੇ ਤੇ ਉਹਨਾਂ ਦੇ ਨਾਵੇਂ ਨਾਂ ਰੱਖੇ ਜਾ ਰਹੇ ਆ। ਸਕੂਲਾਂ ਦੇ ਵਿੱਚ ਪੁਰਾਣੇ ਸਕੂਲਾਂ ਦੇ ਉੱਤੇ ਪੋਚੇ ਫੇਰ ਕੇ ਉਹਨਾਂ ਨੂੰ ਕੋਈ ਸਕੂਲ ਆਫ ਐਮੀਨੈਂਸ, ਕੋਈ ਕੁਛ ਕੀਤਾ ਜਾ ਰਿਹਾ। ਟੀਚਰਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜਿਆ ਜਾ ਰਿਹਾ। ਇਹ ਕਿਹੋ ਜਿਹਾ ਸਿਸਟਮ ਜਾਂ ਕਿਹੋ ਜਿਹਾ ਮਾਡਲ ਅਡਾਪਟ ਕਰਨਾ ਚਾਹੁੰਦੇ ਆ? ਮੈਂ ਤਾਂ ਕਦੇ ਵੇਖਣਾ ਕਿ ਸੇਮ ਸੈਂਟਰ ਗਵਰਨਮੈਂਟ ਉਹ ਉੱਤੇ ਨਿਊ ਐਜੂਕੇਸ਼ਨ ਪਾਲਿਸੀ 2020 ਬੈਕਡੋਰ ਤੋਂ ਲੈ ਕੇ ਆ ਰਹੀ ਹੈ। ਸਟੇਕ ਹੋਲਡਰ ਨੂੰ ਪੁੱਛਿਆ ਨਹੀਂ ਜਾ ਰਿਹਾਗਾ, ਨਾ ਪਾਰਲੀਮੈਂਟ ਦੇ ਵਿੱਚ ਕੋਈ ਡਿਸਕਸ਼ਨ ਕੀਤੀ ਜਾ ਰਹੀ ਹੈ। ਸੇਮ ਹਾਲਾਤ ਇਹਨਾਂ ਦੇ ਆ ਕਿ ਨਾ ਤਾਂ ਸਾਡੇ ਨਾਲ ਇਹ ਡਿਸਕਸ ਕਰਦੇ ਆ ਕਿ ਇਹਦੇ 'ਚ ਇੰਪਰੂਵਮੈਂਟ ਕਿਵੇਂ ਹੋਣੀ ਹੈ, ਨਾ ਕਿਸੇ ਕਾਲਜ ਦੇ ਵਿੱਚ ਡਿਸਕਸ਼ਨ ਹੈ, ਨਾ ਕਿਸੇ ਸਟੇਕ ਹੋਲਡਰ ਨੂੰ ਪੁੱਛਿਆ ਜਾ ਰਿਹਾ ਹੈ ਕਿ ਭਾਈ ਇਹਦੇ ਵਿੱਚ ਕੀ ਚੇਂਜ ਹੋਣੀ। ਜਿੰਨੇ ਹਾਲਾਤ ਕੀ ਲੱਗਦਾ, ਕਿਆ ਮੰਗ ਕਿਉਂ ਨਹੀਂ ਮੰਨੀ ਜਾ ਰਹੀ? ਕੀ ਅਜਿਹੀ ਵਜ੍ਹਾ ਹੈਗੀ ਜਿਹੜੀ ਕਰਕੇ ਤੁਹਾਡੀ ਮੰਗ ਹੀ ਨਹੀਂ ਮੰਨੀ ਜਾ ਰਹੀ? ਮੰਗ ਦਾ ਜਿਹੜਾ ਮੈਨੂੰ ਕਾਰਨ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਹੈ ਨਾ ਜਿਹੜੀ ਉਹ ਅਫਸਰਸ਼ਾਹੀ ਦੇ ਥੱਲੇ, ਪ੍ਰੈਸ਼ਰ ਥੱਲੇ ਕੰਮ ਕਰ ਰਹੀ ਹੈ। ਚਾਹੀਦਾ ਹੈ ਕਿ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਇਹ ਡਾਇਰੈਕਸ਼ਨ ਦੇਣੀ ਚਾਹੀਦੀ ਕਿ ਆਹ ਕੰਮ ਕੀਤਾ ਜਾਵੇ। ਇੱਥੇ ਉਲਟਾ ਅਫਸਰਸ਼ਾਹੀ ਇਹ ਕਹਿੰਦੀ ਆ ਮੰਤਰੀਆਂ ਨੂੰ ਵੀ ਆਹ ਕੰਮ ਇਹ ਨਹੀਂ ਹੋਣਾਗਾ ਜੀ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਖਜ਼ਾਨਾ ਖਾਲੀ ਨਹੀਂ ਹੈਗਾ, ਤੇ ਤੁਹਾਡੀਆਂ ਪਿਛਲੇ 5 ਮਹੀਨਿਆਂ ਤੋਂ ਤੁਸੀਂ ਕਹਿੰਦੇ ਤਨਖਾਹਾਂ ਨਹੀਂ ਮਿਲੀਆਂ, ਖਜ਼ਾਨਾ ਖਾਲੀ ਨਹੀਂ ਹੈਗਾ, ਤੇ ਤਨਖਾਹ ਨਾ ਦੇਣ ਦੀ ਵਜ੍ਹਾ? ਅਸੀਂ ਹੈਰਾਨ ਇਸ ਗੱਲ ਤੋਂ ਵੀ ਇਹ ਬਾਰ-ਬਾਰ ਜਾ ਕੇ ਕਿਤੇ ਤਾਂ ਕਹਿੰਦੇ ਇੱਕ ਕੁਕੜੀ ਮਰ ਗਈ ਅਸੀਂ ਤਾਂ ਵੀ ਮੁਆਵਜ਼ਾ ਦੇਵਾਂਗੇ, ਬੱਕਰੀ ਮਰ ਗਈ ਤਾਂ ਵੀ ਮੁਆਵਜ਼ਾ ਦੇਵਾਂਗੇ। ਇੱਥੇ 6 ਮਹੀਨੇ ਹੋ ਗਏ, ਫਰਵਰੀ ਤੋਂ ਬਾਅਦ ਤਨਖਾਹ ਨਹੀਂ ਮਿਲੀ। ਟੀਚਰ ਆ ਜਿਹੜੇ 50% ਕਾਲਜਾਂ ਦੇ ਉਹ ਵਿਦਆਊਟ ਤਨਖਾਹ ਬੈਠੇ ਆ, ਵਿਦਆਊਟ ਸੈਲਰੀ ਬੈਠੇ ਆ। ਜਿਹੜਾ ਉਹਨਾਂ ਦਾ ਨਾਨ ਟੀਚਿੰਗ ਸਟਾਫ ਆ ਵਿਚਾਰੇ ਸਵੀਪਰ ਤੱਕ ਆ, ਜਿਨ੍ਹਾਂ ਦੀ 15 ਦਿਨਾਂ ਦੇ ਵਿੱਚ ਤਨਖਾਹ ਖਤਮ ਹੋ ਜਾਂਦੀ, ਵਿਚਾਰੇ ਉਹ ਵੀ ਤਨਖਾਹ ਤੋਂ ਬਾਹਰ ਬੈਠੇ ਆ। ਇਹੋ ਜਿਹੇ ਹਾਲਾਤ ਬਣਾਏ, ਸਾਨੂੰ ਨਹੀਂ ਪਤਾ ਖਜ਼ਾਨਾ ਭਰਿਆ ਤੇ ਕਿੱਥੇ ਵੰਡੀ ਜਾਂਦੇ ਆ। ਜੇ ਐਜੂਕੇਸ਼ਨ ਨੂੰ ਨਹੀਂ ਮਿਲ ਰਿਹਾਗਾ ਤੇ ਹੋਰ ਕਿਹਨੂੰ ਮਿਲਣਾ ਹੈਗਾ? ਸਰ ਕੀ ਨਾਮ ਤੁਹਾਡਾ? ਡਾਕਟਰ ਐਸ ਭਾਟੀਆ। ਡਾਕਟਰ ਸਾਹਿਬ, ਜਿਹੜੇ ਹਾਲਾਤ ਨੇ, ਜਿਵੇਂ ਬਾਈ ਹੋਣਾ ਜ਼ਿਕਰ ਕੀਤਾ ਕਿ 15 ਦਿਨ ਤੋਂ ਬਾਅਦ ਤਨਖਾਹ ਖਤਮ ਹੋ ਜਾਂਦੀ ਹੈ, ਤੇ 5 ਮਹੀਨੇ ਕਿਸ ਤਰੀਕੇ ਨਾਲ ਕੱਢ ਰਹੇ ਨੇ ਤੁਸੀਂ? ਅਧਿਆਪਕਾਂ ਨਾਲ ਤੁਹਾਡੇ ਸਾਰਿਆਂ ਨਾਲ ਗੱਲਬਾਤ ਹੋ ਰਹੀ ਹੋਣੀ ਹੈ, ਪ੍ਰਾਈਵੇਟ ਜੋ ਗਿਆ ਹੈਗਾ, ਤੇ ਉਹਦੇ ਵਿੱਚ ਗੁਜ਼ਾਰਾ ਕਿਸ ਤਰੀਕੇ ਨਾਲ ਚੱਲ ਰਿਹਾ? ਬਹੁਤ ਔਖੀ ਹਾਲਾਤ ਵਿੱਚ ਗੁਜ਼ਰ ਰਿਹਾ ਜੀ। ਪੂਰਾ ਸਾਡਾ ਜਿਹੜਾ ਤਾਣਾ ਬਾਣਾ ਚੱਲ ਰਿਹਾ, ਸਾਰੇ ਕਾਲਜਸ ਦੇ ਵਿੱਚ ਬਹੁਤ ਬੁਰਾ ਹਾਲ ਹੈ। ਐਡਮਿਸ਼ਨ ਡਿਕਲਾਈਨ ਕਰ ਰਿਹਾ, ਡੇ ਬਾਈ ਡੇ ਐਡਮਿਸ਼ਨ ਡਿਕਲਾਈਨ ਕਰ ਰਿਹਾ। ਸਾਡੇ ਜਿਹੜੀ ਅਨਐਡਿਡ ਪੋਸਟਾਂ ਨੇ, ਅਨਐਡਿਡ ਦੇ ਜਿਹੜੇ ਟੀਚਰਸ ਨੇ, ਉਹਨਾਂ ਦੇ ਉੱਤੇ ਇੱਕ ਕਿਸਮ ਦੀ ਹਰ ਵਕਤ ਦੀ ਤਲਵਾਰ ਲਟਕੀ ਹੋਈ ਹੈ ਕਿ ਕਿਸੇ ਵੀ ਟਾਈਮ ਤਾਂ ਅਸੀਂ ਦੇਖ ਰਹੇ ਹਾਂ ਕਿ ਕਦੀ ਕਿਹੜੇ ਕਾਲਜ ਦੇ ਟੀਚਰਾਂ ਨੂੰ ਕੱਢ ਰਹੇ ਹਨ, ਕਦੀ ਕਿਹੜੇ ਕਾਲਜ ਦੇ ਟੀਚਰਾਂ ਨੂੰ ਇੱਕਦਮ ਰਿਟਰੈਂਚ ਕੀਤਾ ਜਾ ਰਿਹਾ ਹੈ। ਸੋ ਇਹ ਸਾਡੇ ਲਈ ਇੱਕ ਬਹੁਤ ਹੀ ਔਖੇ ਦੌਰ ਤੋਂ ਗੁਜ਼ਰ ਰਹੇ ਹਾਂ। ਔਰ ਜਿਹੜੀ ਜੋ ਵੀ ਕੰਮ ਆਮ ਆਦਮੀ ਸਰਕਾਰ ਕਰ ਰਹੀ ਹੈ, ਉਹ ਸਾਰੇ ਦਾ ਸਾਰਾ ਅਫਸਰਸ਼ਾਹੀ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਜਿਹੜੀ ਮਿਲੀ ਹੋਈ ਹੈ, ਉਹ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਲਾਗੂ ਨਹੀਂ ਕਰਨ ਦੇ ਰਹੀ। 7th ਪੇ ਕਮਿਸ਼ਨ ਲਾਗੂ ਕੀਤਾ, ਇਹਨਾਂ ਦੇ ਲੋਕਾਂ ਨੇ ਵਿੱਚ ਇੱਕ ਕੁੰਡੀ ਜੀ ਅਟਕਾਤੀ ਕਿ ਬਈ 58 ਸਾਲ ਦੀ ਉਮਰ ਕਰ ਦਿੱਤੀ ਜਾਏਗੀ। ਆਪਾਂ 60 ਸਾਲ ਤੋਂ 58 ਸਾਲ ਤੇ ਫਿਰ ਸਾਨੂੰ 8 ਮਹੀਨੇ 6 ਮਹੀਨੇ ਉੱਥੇ ਲਾ ਦਿੱਤਾ ਗਿਆ। ਉੱਥੋਂ ਅਸੀਂ ਬਾਹਰ ਨਿਕਲਨੇ ਆ ਤਾਂ ਇੱਕ ਨਵਾਂ ਸਾਡੇ ਲਈ ਪਾ ਦਿੱਤਾ ਕਿ ਸੈਂਟਰਲ ਪੋਰਟਲ ਦੇ ਥਰੂ ਐਡਮਿਸ਼ਨ ਹੋਏਗਾ। ਅਗਰ ਸੈਂਟਰਲ ਪੋਰਟਲ ਦੇ ਥਰੂ ਐਡਮਿਸ਼ਨ ਸ਼ੁਰੂ ਹੋ ਜਾਂਦਾ ਹੈ ਤੇ ਉਸ ਦੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹਨਾਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਫਾਇਦਾ ਚੁਕਾਉਣ ਦੇ ਲਈ ਸਾਡੇ ਸਾਰੇ ਦੇ ਸਾਰੇ ਐਡਮਿਸ਼ਨ ਜਾਂ ਤੇ ਉਧਰ ਗਿਰ ਗਏ ਜਾਂ ਲੋਕ ਜਿਹੜੇ ਬੱਚੇ ਜਿਹੜੇ ਨੇ ਵਿਦੇਸ਼ ਚਲੇ ਗਏ। ਜਿਹੜਾ ਤੁਹਾਡਾ ਡਿਪਾਰਟਮੈਂਟ ਹੈਗਾ ਖਾਸ ਕਰਕੇ, ਇਹਦੇ ਨਾਲ ਇਦਾਂ ਦਾ ਵਤੀਰਾ ਕਿਉਂ ਕੀਤਾ ਜਾ ਰਿਹਾ, ਜਦ ਕਹਿੰਦੇ ਕਿ ਇਹਦੇ ਵਿੱਚ ਇਹ ਵੀ ਹੁੰਦਾ ਕਿ 75-25 ਵਾਲਾ ਸਿਸਟਮ ਹੈਗਾ? 75-25 ਵਾਲਾ, ਹਾਂਜੀ 75-25 ਵਾਲਾ ਵੀ ਸਿਸਟਮ ਹੈ ਔਰ 95-5 ਵਾਲਾ ਵੀ ਸਿਸਟਮ ਹੈ। ਔਰ ਇੱਕ ਤੀਸਰੀ ਕੈਟਾਗਰੀ ਜਿਹੜੀ ਉਹ ਅਨਐਡਿਡ ਜਿਹੜੀ ਕਿ 100% ਮੈਨੇਜਮੈਂਟ ਨੂੰ ਦੇਣੀ ਹੁੰਦੀ ਹੈ। ਸੋ ਪਿਛਲੇ 92 ਤੋਂ ਬਾਅਦ ਇਹਨਾਂ ਨੇ ਕੋਈ ਵੀ 95% ਵਾਲੀ ਕੋਈ ਵੀ ਪੋਸਟ ਨਹੀਂ ਕੱਢੀ। ਹੁਣ ਤੁਸੀਂ 95 ਤੋਂ ਲੈ ਕੇ ਅੱਜ ਦੀ ਅਗਰ ਅਸੀਂ ਗੱਲ ਕਰੀਏ ਤੇ ਤਕਰੀਬਨ 27-28 ਸਾਲ ਹੋ ਗਏ। ਹੁਣ ਉਹ ਟੀਚਰ ਜਿਹੜੇ ਅਨਐਡਿਡ ਪੋਸਟਾਂ ਤੇ ਲੱਗੇ, ਉਹਨਾਂ ਦੀ ਪੋਸਟ ਹੀ ਨਹੀਂ ਨਿਕਲੀ ਤਾਂ ਜਾਣਗੇ ਕਿਹੜੀ ਜਗ੍ਹਾ ਦੇ ਉੱਤੇ? ਉਹਨਾਂ ਦੇ ਕਾਲਜਿਸ ਜਿਨ੍ਹਾਂ ਲੱਗਿਆ, ਈਵਨ ਹੈਡ ਆਫ ਦੀ ਡਿਪਾਰਟਮੈਂਟ ਹੈ 55 ਸਾਲਾਂ ਦੇ ਹੋ ਗਏ ਹੈ। ਅੱਜ ਦੀ ਡੇਟ ਵਿੱਚ ਕਹਿੰਦੇ ਜੀ ਉੱਥੇ 20 ਐਡਮਿਸ਼ਨ ਕਰੋ, ਅਗਰ 20 ਬੱਚੇ ਨਹੀਂ ਆਉਂਦੇ ਤੇ ਕਾਲਜ ਬੰਦ ਹੋ ਗਿਆ। ਹੁਣ ਉਹ 55 ਸਾਲ
ਸਾਲ ਦੇ ਵਿੱਚ ਬੰਦਾ ਕਿੱਥੇ ਜਾਊਗਾ? ਕਾਲਜਿਸ ਕਿਵੇਂ ਆਪਾਂ ਆਪਣੇ ਘਰਾਂ ਨੂੰ ਕਿਸ ਤਰੀਕੇ ਨਾਲ ਚਲਾਵਾਂਗੇ? ਹਰ ਵਕਤ ਸਾਡੇ ਟੀਚਰਾਂ ਦੇ ਉੱਤੇ ਤਲਵਾਰ ਲਟਕੀ ਹੋਈ ਹੈ, ਔਰ ਜਿਸ ਤਰੀਕੇ ਦੀਆਂ ਨੀਤੀਆਂ ਅਗਰ ਨਹੀਂ ਹੋਈਆਂ ਤਾਂ ਆਪਾਂ ਇੱਕ ਵੱਡਾ ਰੋਸ਼ ਕਰਨ ਦੇ ਲਈ PCCTU ਲੀਡਰਸ਼ਿਪ ਨੂੰ ਅੱਗੇ ਆਉਣਾ ਪਊਗਾ ਤੇ ਸਰਕਾਰ ਨੂੰ ਝੁਕਣਾ ਪਊਗਾ, ਸਾਡੀ ਡਿਮਾਂਡ ਪੂਰੀ ਕਰਨੀ ਪਊਗੀ। ਸਰ ਕੀ ਨਾਮ ਤੁਹਾਡਾ? ਮੇਰਾ ਡਾਕਟਰ ਪੂਨਮਦੀਪ ਸਿੰਘ। ਡਾਕਟਰ ਸਾਹਿਬ, ਜਿਹੜੇ ਇਸ ਵੇਲੇ ਹਾਲਾਤ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਧਰਨਾ ਦੇਣਾ ਪੈ ਰਿਹਾ, ਇੱਕ ਪਾਸੇ ਤਾਂ ਇਹ ਚਿੰਤਾ ਹੈਗੀ ਕਿ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤੇ ਦੂਜੇ ਪਾਸੇ ਅਧਿਆਪਕ ਵਰਗ ਜਿਹੜਾ ਹੈਗਾ ਉਹਨੂੰ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ। ਲੱਗਦਾ ਚਿੰਤਾ ਦੀ ਗੱਲ ਹੈ ਇਸ ਵੇਲੇ? ਸਰ ਦੇਖੋ, ਚਿੰਤਾ ਦੀ ਗੱਲ ਤਾਂ ਹੈ ਹੀ। ਸਾਡੇ ਕੋਲੇ ਤਾਂ ਪਹਿਲਾਂ ਹੀ ਜਿਹੜਾ ਸਟੂਡੈਂਟ ਆ ਉਹ ਬਾਹਰ ਜਾ ਰਿਹਾ ਤਾਂ ਐਡਮਿਸ਼ਨ ਘਟ ਰਹੀਆਂ, ਸੈਲਰੀਜ਼ ਘਟ ਰਹੀਆਂ। ਸਾਡੇ ਵਾਲਾ ਹਾਲ ਦੇਖ ਕੇ ਜਦੋਂ ਅਸੀਂ ਧਰਨਿਆਂ ਤੇ ਬੈਠੇ ਹਾਂ, ਦਰੀਆਂ ਤੇ ਬੈਠੇ ਹਾਂ, ਤਾਂ ਕਿਹੜਾ ਸਟੂਡੈਂਟ ਹੈ ਜਿਹੜਾ ਹਾਇਰ ਐਜੂਕੇਸ਼ਨ ਨੂੰ ਆਪਟ ਕਰੂਗਾ? ਦੱਸੋ ਜੀ। ਠੀਕ ਹੈ ਨਾ ਜੀ। ਇਸ ਕਰਕੇ ਸਾਨੂੰ ਲੱਗਦਾ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ। ਸਰਕਾਰ ਜਾਣਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 5 ਮਹੀਨਿਆਂ ਤੋਂ ਸਾਡੀਆਂ ਗ੍ਰਾਂਟਸ ਰੁਕੀਆਂ ਪਈਆਂ ਨੇ, ਸੈਲਰੀਜ਼ ਰੁਕੀਆਂ ਪਈਆਂ ਨੇ, ਸਾਡੇ 7th ਪੇ ਕਮਿਸ਼ਨ ਦੇ ਏਰੀਅਰਸ ਨਹੀਂ ਸਬਮਿਟ ਕੀਤੇ ਜਾ ਰਹੇ। ਸਾਡੀ ਜਿਹੜੇ ਦੇਖੋ ਸਰਕਾਰ ਦੇ ਕੰਮ ਕੀ ਨੇ, ਮੈਨੂੰ ਲੱਗਦਾ ਇਹ ਸਰਕਾਰ ਸੋਸ਼ਲ ਮੀਡੀਆ ਸਰਕਾਰ ਹੈ, ਗਰਾਊਂਡ ਤੇ ਰਿਐਲਿਟੀ ਦੇ ਕੁਝ ਕਰ ਹੀ ਨਹੀਂ ਰਹੀ। ਅਸੀਂ 5 ਮਹੀਨਿਆਂ ਤੋਂ ਬਿਨਾਂ ਸੈਲਰੀ ਤੋਂ ਕੰਮ ਕਰ ਰਹੇ ਹਾਂ ਤੇ ਸਰਕਾਰ ਵਾਅਦੇ ਕਰ ਰਹੀ ਹੈ ਬਹੁਤ ਵੱਡੇ ਕਿ ਅਸੀਂ ਬਹੁਤ ਕੁਝ ਕਰਤਾ, ਅਸੀਂ ਆ ਵੀ ਕਰਤਾ। ਹੁਣ ਤੁਸੀਂ ਪਿੱਛੇ ਦੇਖੋ ਇੱਕ ਐਗਜ਼ਾਮਪਲ ਦੇ ਤੌਰ ਤੇ ਜਿਹੜੇ ਕਹਿੰਦੇ ਕਿ ਅਸੀਂ 12,000 ਟੀਚਰ ਪੱਕੇ ਕੀਤੇ ਆ, ਮੁਲਾਜ਼ਮ ਪੱਕੇ ਕੀਤੇ ਆ, ਉਹ ਪੱਕੇ ਨਹੀਂ ਕੀਤੇ। ਅਸਲ ਜੋ ਪੱਕੇ ਤੌਰ ਤੇ ਕੱਚੇ ਕਰ ਦਿੱਤੇ ਗਏ ਆ ਜੀ। ਉਹਨਾਂ ਨੂੰ ਕੋਈ ਅਲਾਊਂਸ ਨਹੀਂ, ਕੋਈ ਉਹਨਾਂ ਦੀ ਪੈਨਸ਼ਨ ਸਕੀਮ ਨਹੀਂ, ਕੋਈ ਉਹਨਾਂ ਨੂੰ ਪਰਮਾਨੈਂਟਲੀ ਕੁਝ ਵੀ DA ਦਾ ਪ੍ਰੋਵੀਜ਼ਨ ਨਹੀਂ ਹੈਗਾ, ਤਾਂ ਅਸੀਂ ਕਿਵੇਂ ਕਹੀਏ ਕਿ ਉਹ ਪੱਕੇ ਨੇ ਜੀ? ਠੀਕ ਹੈ ਨਾ ਜੀ। ਸਰਕਾਰ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦਾ ਜ਼ਿਆਦਾ ਕੰਮ ਕਰਦੀ ਆ ਤੇ ਗਰਾਊਂਡ ਰਿਐਲਿਟੀ ਕੁਝ ਹੋਰ ਦੱਸਦੀ ਹੈ ਜੀ। ਧੰਨਵਾਦ। ਤਾਂ ਤੁਸੀਂ ਅਧਿਆਪਕਾਂ ਦਾ ਪੱਖ ਸੁਣਿਆ ਕਿ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚੋਂ ਇਹ ਖਾਸ ਕਰਕੇ ਅਧਿਆਪਕ ਵਰਗ ਲੰਘ ਰਿਹਾ ਹੈਗਾ, ਜਿਨ੍ਹਾਂ ਨੇ ਅਕਸਰ ਇਹ ਹੁੰਦਾ ਕਿ ਭਵਿੱਖ ਸਿਰਜਣਾ ਹੁੰਦਾ ਤੇ ਉਹਨਾਂ ਨੂੰ ਧਰਨੇ ਦੇਣ ਦੇ ਲਈ ਮਜਬੂਰ ਹੋ ਰਿਹਾ। ਖਾਸ ਕਰਕੇ ਅੱਜ DPI ਡਿਪਾਰਟਮੈਂਟ ਦੇ ਬਾਹਰ ਆਣ ਕੇ ਇਹਨਾਂ ਨੇ ਧਰਨਾ ਦਿੱਤਾ। ਸਾਫ਼ ਤੌਰ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਦਾ ਵਿਰੋਧ ਕਰ ਰਹੇ ਨੇ ਤੇ ਨਾਲ ਦੀ ਨਾਲ ਕਹਿੰਦੇ ਕਿ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਗਈਆਂ। 1 ਮਹੀਨਾ ਜੇ ਤਨਖਾਹ ਤੋਂ ਬਿਨਾਂ ਗੁਜ਼ਾਰਨਾ ਹੋਵੇ ਤਾਂ ਤੁਸੀਂ ਸਮਝ ਸਕਦੇ ਹੋ ਕਿੰਨੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਜਿੰਨੇ ਵੀ ਅਧਿਆਪਕ ਨੇ 5 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਨੇ ਤਾਂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਨਹੀਂ ਹੈਗਾ, ਪਰ ਜਿਹੜੇ ਹਾਲਾਤ ਨੇ ਇਹ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀ ਟਿੱਪਣੀ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅਗਲੇ ਨਹੀਂ ਹੈ। ਬਹੁਤ ਬਹੁਤ ਧੰਨਵਾਦ।